ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਦਾ ਸਾਧ ਸੰਗਤ ਦੇ ਅੰਦਰ ਮੋਬਾਈਲ ਦੀ ਵਰਤੋਂ ਕਿੰਨੀ ਘਾਤਕ ਸਿੱਧ ਹੋ ਸਕਦੀ ਆ, ਇਹਦੇ ਉੱਤੇ ਇੱਕ ਤਿਲ ਮਾਤਰ ਵਿਚਾਰ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੈਗਾ। ਸੋ ਆਓ ਆਪਾਂ ਅੱਜ ਦੇਖਦੇ ਹਾਂ ਕਿ ਇਹ ਮੋਬਾਈਲ ਨੇ ਆਪਣੀ ਜਗ੍ਹਾ ਇੱਥੇ ਤੱਕ ਵਧਾ ਲਈ ਆ ਕਿ ਇਨਸਾਨ ਦਾ ਤਕਰੀਬਨ ਬਹੁਤ ਸਾਰੇ ਜੀਵਨ ਦਾ ਹਿੱਸਾ ਇਹਦੇ ਨਾਲ ਜੁੜ ਗਿਆ ਹੈਗਾ, ਖਾਸ ਕਰਕੇ ਕੰਮਾਂ ਕਾਰਾਂ ਦੇ ਸਿਲਸਿਲਿਆਂ ਦੇ ਅੰਦਰ। ਸੋ ਮੋਬਾਈਲ ਦੀ ਵਰਤੋਂ ਨੇ ਇਨਸਾਨ ਦੇ ਜੀਵਨ ਨੂੰ ਬੜਾ ਸੁਖੀ ਬਣਾਤਾ ਇਹਦੇ ਕੰਮਾਂ ਕਾਰਾਂ ਦੇ ਅੰਦਰ। ਪਰ ਗੱਲ ਇੰਨੀ ਆ ਕਿ ਇਹਦੇ ਨਾਲ ਇਨਸਾਨ ਨੂੰ ਇਹ ਸੋਚਣੀ ਚਾਹੀਦੀ ਹੈ ਕਿ ਇਹਦੀ ਵਰਤੋਂ ਕਿਵੇਂ ਕਰਨੀ ਹੈਗੀ ਆ। ਭਾਵ ਕੀ ਆ, ਖਾਸ ਕਰਕੇ ਦੁਨਿਆਵੀ ਕੰਮਾਂ ਵਾਸਤੇ ਬਾਹਰ ਤਾਂ ਇਨਸਾਨ ਜਿਹੜੀ ਇਹਦੀ ਵਰਤੋਂ ਖੁੱਲ੍ਹ ਕੇ ਕਰਦਾ ਹੈ, ਪਰ ਖਾਸ ਕਰਕੇ ਜਦੋਂ ਅਸੀਂ ਗੁਰੂ ਘਰ ਦੇ ਅੰਦਰ ਜਾਂਦੇ ਹਾਂ ਤਾਂ ਉਸ ਟਾਈਮ ਸਾਨੂੰ ਜਿਹੜੀ ਮੋਬਾਈਲ ਦੀ ਵਰਤੋਂ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਹੈ। ਕਿਉਂਕਿ ਜਦੋਂ ਅਸੀਂ ਗੁਰੂ ਘਰ ਜਾਂਦੇ ਹਾਂ, ਸਾਹਮਣੇ ਸਾਨੂੰ ਮੁੱਖ ਦੁਆਰ ਦੇ ਅੰਦਰ ਵੜਦੇ ਅੰਦਰ ਲਿਖਿਆ ਹੁੰਦਾ ਹੈ ਕਿ ਭਾਈ ਇੱਥੇ ਆਪਣੇ ਜੋੜੇ ਉਤਾਰ ਕੇ ਜਾਓ। ਸੋ ਜੋੜੇ ਉਤਾਰਨ ਤੋਂ ਭਾਵ ਇਹ ਹੈ ਕਿ ਜਿੰਨੀ ਵੀ ਆਪਣੇ ਮੱਤ ਦੇ ਨਾਲ, ਆਪਣੇ ਸਰੀਰ ਨਾਲ ਜਿਹੜੀ ਚੀਜ਼ ਜੁੜੀ ਹੈ, ਭਾਵ ਕੀ ਹੈ, ਜੋ ਵੀ ਦੁਨੀਆ ਦੀ ਬਾਹਰਲੀ ਸੋਚ ਵਾ ਉਸ ਸਾਰੀ ਸੋਚ ਨੂੰ ਬਾਹਰ ਛੱਡ ਦੇਣਾ ਅਤੇ ਅੰਦਰ ਆਪਣੀ ਜਿਹੜੀ ਮੱਤ ਹੈਗੀ ਆ, ਜੇ ਨਹੀਂ ਅਸੀਂ ਬਾਹਰ ਤਿਆਗਣੀ ਆ, ਉਹਨੂੰ ਤਿਆਗ ਕੇ ਤਾਂ ਅੰਦਰ ਗੁਰੂ ਦੀ ਮੱਤ ਧਾਰਨ ਕਰਨ ਜਾਣਾ ਹੈਗਾ। ਭਾਵ ਕੀ ਆ, ਬਾਹਰੋਂ ਬਿਲਕੁਲ ਖਾਲੀ ਹੋ ਕੇ ਜਦੋਂ ਅਸੀਂ ਜਾਵਾਂਗੇ ਤਾਂ ਅੰਦਰ ਸਾਡਾ ਜਿਹੜਾ ਮਾਇੰਡ ਵਾ ਅੰਦਰ ਵੜਦਿਆਂ ਹੀ ਬਿਲਕੁਲ ਸ਼ਾਂਤ ਹੋ ਜਾਏਗਾ, ਸ਼ਵੱਛ ਹੋ ਜਾਏਗਾ। ਜਿਵੇਂ ਆਪਾਂ ਦੇਖਦੇ ਹਾਂ ਕਿ ਕਿਸੇ ਵੀ ਭਾਂਡੇ ਦੇ ਵਿੱਚ ਜਦੋਂ ਅਸੀਂ ਵਸਤੂ ਪਾਉਂਦੇ ਹਾਂ, ਉਹਦੇ 'ਚ ਜਿਹੜੀ ਜ਼ਿਆਦਾ ਵਸਤੂ ਪਈ ਰਹੇ ਤਾਂ ਉਹ ਭਾਂਡਾ ਜਿਹੜਾ ਉਹ ਮਲੀਨ ਹੋ ਜਾਂਦਾ ਹੈਗਾ, ਅਤੇ ਭਾਂਡੇ ਨੂੰ ਸਾਫ਼ ਕਰਨ ਵਾਸਤੇ ਫਿਰ ਉਹਦੇ ਵਿੱਚੋਂ ਵਸਤੂ ਨੂੰ ਕੱਢ ਕੇ ਬਾਹਰ ਸਿੱਟਣਾ ਪੈਂਦਾ ਹੈਗਾ ਅਤੇ ਭਾਂਡਾ ਸਾਫ਼ ਕਰਨਾ ਪੈਂਦਾ ਹੈਗਾ। ਇਸੇ ਕਰਕੇ ਆਪਣੇ ਜਿਹੜੇ ਵੀ ਵਿਚਾਰ ਹੈ ਦੁਨਿਆਵੀ, ਚਾਹੇ ਉਹ ਕਿਸੇ ਵੀ ਪ੍ਰਕਾਰ ਦੇ ਹੋਣ, ਬਿਲਕੁਲ ਬਾਹਰ ਕੱਢ ਕੇ ਅਤੇ ਅੰਦਰ ਬਿਲਕੁਲ ਇਸ ਭਾਂਡੇ ਨੂੰ ਆਪਾਂ ਲੈ ਕੇ ਗੁਰੂ ਘਰ ਦੇ ਅੰਦਰ ਜਾਣਾ ਅਤੇ ਸਾਧ ਸੰਗਤ ਦੇ ਵਿੱਚ ਬੈਠ ਕੇ ਗੁਰੂ ਦੇ ਬਚਨਾਂ ਦੇ ਰਾਹੀਂ, ਕੀਰਤਨ ਰਾਹੀਂ, ਕਥਾ ਵਿਚਾਰਾਂ ਰਾਹੀਂ ਇਹ ਜਿਹੜਾ ਮਲੀਨ ਭਾਂਡਾ ਹੈ ਇਹਨੂੰ ਸਾਫ਼ ਕਰਨਾ ਹੈਗਾ। ਇਹ ਹੀ ਯੁਕਤ ਜਿਹੜੀ ਆ ਸਾਨੂੰ ਗੁਰੂ ਨੇ ਸਮਝਾਈ ਆ। ਬਾਕੀ ਅਸੀਂ ਇਹ ਵੀ ਦੇਖਦੇ ਹਾਂ ਕਿ ਖਾਸ ਕਰਕੇ ਜਿਹੜਾ ਮਨ ਦੇ ਖਿਆਲ ਹੁੰਦੇ ਆ, ਫੁਰਨੇ ਹੁੰਦੇ ਆ, ਉਹ ਸੰਸਾਰ ਦੇ ਵਿੱਚ ਜ਼ਿਆਦਾ ਹੁੰਦੇ ਆ। ਸੰਸਾਰ ਦੇ ਵਿੱਚ ਮਨ ਦਾ ਟਿਕਾ ਨਹੀਂ ਬਣਦਾ ਹੈਗਾ। ਮਨ ਜਿਹੜਾ ਉਹ ਦੂਰ ਦਰਾਡੇ ਤੱਕ ਖਿੱਲਰ ਕੇ ਆਪਣੇ ਖਿਆਲ ਰੂਪੀ ਜਿੰਨੀਆਂ ਵੀ ਤਰੰਗਾਂ ਹੈਗੀਆਂ ਇਹਨੂੰ ਫੈਲਾਉਂਦਾ ਰਹਿੰਦਾ ਹੈ। ਪਰ ਸਾਧ ਸੰਗਤ ਹੀ ਇੱਕ ਐਸਾ ਅਸਥਾਨ ਹੈਗਾ ਜਿਸ ਜਗ੍ਹਾ ਦੇ ਵਿੱਚ ਮਨ ਆਪਣੇ ਆਪ ਦੇ ਵਿੱਚ ਇਹਨਾਂ ਖਿਆਲੀ ਤਰੰਗਾਂ ਤੋਂ ਰਹਿਤ ਹੋ ਜਾਂਦਾ ਹੈਗਾ, ਅਤੇ ਉਹਦੇ ਅੰਦਰ ਜਿਹੜੇ ਗੁਰੂ ਦੇ ਵਿਚਾਰ ਉਹਨੂੰ ਸੁਣਨ ਦੇ ਵਿੱਚ ਇਹ ਮਨ ਫਿਰ ਮਤਵਾਲਾ ਹੋ ਜਾਂਦਾ ਹੈਗਾ। ਜਦੋਂ ਅਸੀਂ ਗੁਰੂ ਦੀ ਬਾਣੀ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਜਾਂ ਇਉਂ ਕਹਿ ਲਓ ਕਿ ਸਾਧ ਸੰਗਤ ਦੇ ਵਿੱਚ ਮਨ ਦੀ ਭੱਜ ਦੌੜ ਜਿਹੜੀ ਉਹ ਬਿਲਕੁਲ ਸਥਿਰ ਹੋ ਜਾਂਦੀ ਹੈਗਾ। ਮਨ ਨੂੰ ਇਹਦੇ ਵਿੱਚ ਰਾਹਤ ਮਿਲ ਜਾਂਦੀ ਹੈ, ਮਨ ਨੂੰ ਆਰਾਮ ਮਿਲਦਾ, ਸਕੂਨ ਮਿਲਦਾ ਇਹਦੇ ਵਿੱਚ। ਸੋ ਇਸ ਕਰਕੇ ਮਨ ਦਾ ਜਿਹੜਾ ਰੁਕਣਾ ਹੈ ਜਾਂ ਜਿੱਤਣਾ ਹੈਗਾ, ਇਹ ਸਾਧ ਸੰਗਤ ਦੀ ਸ਼ਕਤੀ ਦੇ ਅਧੀਨ ਹੀ ਹੋ ਸਕਦਾ ਹੈਗਾ। ਕਿਉਂਕਿ ਸਾਧ ਸੰਗਤ ਦੇ ਵਿੱਚ ਮਨ ਜਿਹੜਾ ਪੂਰੀ ਤਰ੍ਹਾਂ ਸ਼ਾਂਤ ਹੋ ਜਾਂਦਾ, ਲੇਕਿਨ ਬਾਹਰ ਮਨ ਦੀ ਭਟਕਣਾ ਜਿਹੜੀ ਹੈ ਉਹ ਵੱਧ ਜਾਂਦੀ ਹੈ। ਇਸੇ ਕਰਕੇ ਅਸੀਂ ਪੁਰਾਤਨ ਸਮੇਂ ਦੇ ਵਿੱਚ ਸਾਰੇ ਬਜ਼ੁਰਗਾਂ ਤੋਂ ਸੁਣਦੇ ਹਾਂ ਕਿ ਬਾਹਰ ਕਲਯੁਗ ਦਾ ਬੋਲਬਾਲਾ ਹੈ। ਭਾਵ ਕੀ ਆ ਕਿ ਕਲੇਸ਼ ਜਿਹੜੇ ਹੈਗੇ ਆ, ਜੋ ਜੱਦੋਜਹਿਦ ਬਾਹਰ ਬੋਲਬਾਲਾ ਰਹਿੰਦਾ ਹੈਗਾ, ਪਰ ਕਲਯੁਗ ਜਿਹੜਾ ਸਾਧ ਸੰਗਤ ਦੇ ਅੰਦਰ ਨਹੀਂ ਜਾ ਸਕਦਾ। ਇਹਦਾ ਭਾਵ ਕੀ ਹੁੰਦਾ ਹੈ ਕਿ ਸਾਧ ਸੰਗਤ ਦੇ ਅੰਦਰ ਜਿਹੜਾ ਕਲ ਕਲੇਸ਼ ਮਨ ਦੀਆਂ ਜਿਹੜੀਆਂ ਬੇਵਜ ਤਰੰਗਾਂ ਹੁੰਦੀਆਂ, ਉਹ ਜਦੋਂ ਅਸੀਂ ਬਾਹਰ ਕੱਢ ਕੇ ਆਉਂਦੇ ਹਾਂ ਤਾਂ ਉਹ ਫਿਰ ਸਾਧ ਸੰਗਤ ਦੇ ਅੰਦਰ ਮਨ ਬਿਲਕੁਲ ਸ਼ਾਂਤ ਰੂਪ ਦੇ ਵਿੱਚ ਹੋ ਜਾਂਦਾ ਹੈ, ਅਤੇ ਗੁਰੂ ਦੇ ਜਸ ਜਦ ਤੱਕ ਸੁਣਦਾ ਰਹਿੰਦਾ ਹੈ ਤਦ ਤੱਕ ਉਹਦੇ ਵਿੱਚ ਇਹ ਮਨ ਦੀ ਜਿਹੜੀ ਅਵਸਥਾ ਹੈਗੀ ਆ ਉਹ ਮਗਨਤਾ ਦੇ ਵਿੱਚ ਰਹਿੰਦੀ ਹੈ, ਲੀਨਤਾ ਦੇ ਵਿੱਚ ਰਹਿੰਦੀ ਹੈ। ਤਾਂ ਮਨ ਕਿਸੇ ਐਸੀ ਅਦ੍ਰਿਸ਼ ਸ਼ਕਤੀ ਦੇ ਪ੍ਰਭਾਵ ਦੇ ਨਾਲ ਜੁੜਿਆ ਰਹਿੰਦਾ ਹੈਗਾ, ਜਿਹਦੇ ਕਰਕੇ ਮਨ ਨੂੰ ਸਕੂਨ ਬਣਿਆ ਰਹਿੰਦਾ ਹੈਗਾ। ਪਰ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਗਰ ਅਸੀਂ ਆਪਣਾ ਜਿਹੜਾ ਮੋਬਾਈਲ ਹੈਗਾ ਇਹਦਾ ਸਵਿੱਚ ਆਫ ਕਰਕੇ ਸਾਧ ਸੰਗਤ ਦੇ ਵਿੱਚ ਨਾ ਬੈਠੀਏ, ਅਤੇ ਆਪਾਂ ਦੇਖਦੇ ਹਾਂ ਕਿ ਸਾਧ ਸੰਗਤ ਦੇ ਵਿੱਚ, ਜਿੱਥੇ ਸਾਧ ਸੰਗਤ ਦੇ ਅੰਦਰ ਬਹੁਤ ਸਾਰੇ ਗੁਰਸਿੱਖ ਪ੍ਰੇਮੀ ਉੱਚੀ ਅਵਸਥਾ ਵਾਲੇ ਬੈਠੇ ਹੁੰਦੇ ਆ, ਉਹਦੇ ਨਾਲ ਹੀ ਜਿਹੜਾ ਦੇਵਲੋਕ ਆ ਦੇਵਲੋਕ ਦੇ ਦੇਵੀ ਦੇਵਤੇ ਵੀ ਇਹਦੇ ਵਿੱਚ ਉਸੇ ਤਰ੍ਹਾਂ ਬੈਠੇ ਹੁੰਦੇ ਜਿਵੇਂ ਅਸੀਂ ਬੈਠੇ ਹੁੰਦੇ ਹਾਂ। ਅਤੇ ਹੋਰ ਜਿੰਨੀਆਂ ਗੁਪਤ ਰੂਹਾਂ ਸ਼ਹੀਦ ਸਿੰਘਾਂ ਦੀਆਂ ਇਹ ਵੀ ਸਾਧ ਸੰਗਤ ਦੇ ਅੰਦਰ ਬਿਰਾਜਮਾਨ ਹੁੰਦੀਆਂ।
ਪਰ ਕਿਉਂਕਿ ਇਹ ਜਿਹੜੇ ਭੇਤ ਆ ਭਜਨ ਦੇ ਵਿੱਚ ਖੁੱਲ੍ਹਦੇ ਆ, ਆਮ ਇਨਸਾਨ ਨੂੰ ਇਸ ਦੀ ਸੋਝੀ ਨਹੀਂ ਹੁੰਦੀ। ਇਸ ਕਰਕੇ ਹੋ ਸਕਦਾ ਹੈ ਕਿ ਜਿੱਥੇ ਅਸੀਂ ਬੈਠੀਏ ਸਾਡੇ ਨਾਲ ਵੀ ਇਹ ਜਿਹੜੀਆਂ ਅਗੰਮੀ ਰੂਹਾਂ ਹੈਗੀਆਂ ਉਹ ਵੀ ਨਾਲ ਬੈਠੀਆਂ ਹੈ, ਪਰ ਜਦੋਂ ਇਹ ਮੋਬਾਈਲ ਦੀ ਘੰਟੀ ਜਦ ਵੱਜਦੀ ਹੈ ਤਾਂ ਸਾਡਾ ਧਿਆਨ ਜਿਹੜਾ ਸਾਧ ਸੰਗਤ ਨਾਲ ਟੁੱਟ ਕੇ ਯਕਦਮ ਇਹ ਦੁਨੀਆ ਦੇ ਵਿੱਚ ਖਿੱਚਿਆ ਚਲਾ ਜਾਂਦਾ ਹੈ। ਸਾਡੇ ਅੰਦਰ ਉਹਨੂੰ ਸੁਣਨ ਦੀ, ਗੱਲ ਕਰਨ ਦੀ ਜਿਹੜੀ ਹੈ ਨਾ ਤੜਫ ਲੱਗ ਜਾਂਦੀ ਆ। ਪਰ ਇਹ ਜਿਹੜੀ ਚੀਜ਼ ਹੈਗੀ ਆ, ਜਿਹੜਾ ਮੋਬਾਈਲ ਨੂੰ ਸੁਣਨਾ ਹੈਗਾ, ਇਹ ਹੀ ਸਾਨੂੰ ਜਿਹੜਾ ਹੈ ਨਾ ਦੂਸਰਿਆਂ ਦੇ ਧਿਆਨ ਨੂੰ ਤੋੜਨ ਦਾ ਜੋ ਬਹੁਤ ਵੱਡਾ ਦੰਡ ਦੇ ਰੂਪ ਵਿੱਚ ਸਾਨੂੰ ਇਹ ਸਜ਼ਾ ਮਿਲਦੀ ਹੈਗੀ ਆ। ਇਹਦਾ ਜਿਹੜਾ ਕਾਰਨ ਹੈ ਜਾਂ ਜੋ ਵੀ ਸਜ਼ਾ ਸਾਨੂੰ ਪ੍ਰਾਪਤ ਹੁੰਦੀ ਆ, ਇਹ ਸਾਨੂੰ ਫਿਰ ਸੰਸਾਰ ਦੇ ਵਿੱਚ ਪਤਾ ਲੱਗ ਜਾਂਦਾ ਹੈ ਕਿ ਇਹ ਮੇਰਾ ਕੰਮ ਕਿਉਂ ਖਰਾਬ ਹੋਇਆ ਹੈ, ਇਹ ਮੈਨੂੰ ਜਿਹੜਾ ਹੈ ਕਾਰਜ ਦੇ ਵਿੱਚ ਜਿਸ ਕੰਮ ਵਾਸਤੇ ਮੈਂ ਗਿਆ ਸੀ ਉਹਦੇ ਵਿੱਚ ਸਫਲਤਾ ਕਿਉਂ ਨਹੀਂ ਮਿਲੀ। ਕਿਉਂਕਿ ਅਸੀਂ ਹੈ ਨਾ ਜਿਸ ਕੰਮ ਵਾਸਤੇ ਜਾਂਦੇ ਹਾਂ ਉਹ ਕੰਮ ਦੇ ਵਿੱਚ ਜਦੋਂ ਵਿਘਨ ਪੈ ਜਾਂਦਾ ਤਾਂ ਉਹ ਕੰਮ ਫਿਰ ਸਾਡਾ ਕਦੀ ਵੀ ਪੂਰਾ ਨਹੀਂ ਹੁੰਦਾ ਹੈ। ਜਿਵੇਂ ਆਪਾਂ ਦੇਖਦੇ ਹਾਂ ਕਿ ਅਸੀਂ ਹੈ ਨਾ ਦੇਖੋ ਕਿੰਨੀ ਮਿਹਨਤ ਕਰਕੇ ਆਪਣੇ ਡੰਗਰ ਜਿਹੜੇ ਹੈ ਉਹਨਾਂ ਨੂੰ ਪਾਲਦੇ ਹਾਂ ਅਤੇ ਉਹਨਾਂ ਤੋਂ ਦੁੱਧ ਲੈਂਦੇ ਹਾਂ। ਅਗਰ ਸਾਰਾ ਦੁੱਧ ਚੋ ਕੇ ਉਸ ਬਰਤਨ ਸਾਫ਼ ਦੇ ਵਿੱਚ ਰੱਖ ਵੀ ਦਈਏ ਪਰ ਥੋੜ੍ਹੀ ਜਿਹੀ ਕਾਂਜੀ ਦੁੱਧ ਦੇ ਵਿੱਚ ਪੈ ਜਾਵੇ ਤਾਂ ਪੂਰੇ ਦਾ ਪੂਰਾ ਦੁੱਧ ਜਿਹੜਾ ਖਰਾਬ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਦੇ ਜਿੰਨੇ ਵੀ ਅਸੀਂ ਬਚਨ ਸੁਣਦੇ ਹਾਂ ਉਹ ਬਿਲਕੁਲ ਦੁੱਧ ਦੀ ਨਿਆਈ ਹੁੰਦੇ ਆ। ਪਰ ਜਦੋਂ ਮੋਬਾਈਲ ਵੱਜਦਾ ਹੈ, ਮੋਬਾਈਲ ਰੂਪੀ ਦੀ ਜਿਹੜੀ ਟਿਊਨ ਹੈ ਜਾਂ ਜੋ ਗੱਲਬਾਤ ਹੈ ਇਸ ਸ਼ਬਦ ਰੂਪੀ ਦੁੱਧ ਦੇ ਵਿੱਚ ਕਾਂਜੀ ਦੀ ਤਰ੍ਹਾਂ ਹੁੰਦੀ ਆ ਅਤੇ ਜਿਹੜੀ ਸਾਡੀ ਕੀਤੀ ਕਰਾਈ ਸਾਰੀ ਜਿੰਨਾ ਜਪ ਤਪ ਹੈ ਉਹਨੂੰ ਨਾਸ਼ ਕਰ ਦਿੰਦੀ ਹੈ। ਇਸੇ ਕਰਕੇ ਇਹਦੇ ਪਿੱਛੇ ਭੇਦ ਬਹੁਤ ਛੁਪੇ ਹੋਆ। ਇਸੇ ਕਰਕੇ ਦੇਖੋ ਕਲਗੀਧਰ ਮਹਾਰਾਜ ਦੀ ਹੈ ਨਾ ਦੂਰ ਅੰਦੇਸ਼ੀ ਇੰਨੀ ਵੱਡੀ ਆ ਕਿ ਮਹਾਰਾਜ ਨੇ ਇੱਥੋਂ ਤੱਕ ਰਹਿਤਨਾਮਿਆਂ ਦੇ ਵਿੱਚ ਦੱਸਿਆ ਹੈ ਕਿ ਹਰ ਜਸ ਸੁਣਤੇ ਬਾਤ ਚਲਾਵੇ, ਕਿ ਜਿਹੜੇ ਹੈ ਨਾ ਵਾਹਿਗੁਰੂ ਜੀ ਦਾ ਜਸ ਸਾਧ ਸੰਗਤ 'ਤੇ ਸੁਣਦੇ ਕੋਈ ਗੱਲ ਚਲਾ ਦਿੰਦੇ ਆ। ਕਹੇ ਗੋਬਿੰਦ ਸਿੰਘ ਉਹ ਜੰਮਪੁਰ ਜਾਵੇ, ਕਹਿੰਦੇ ਫਿਰ ਉਹ ਸਿੱਧੀਆਂ ਰੂਹਾਂ ਨੇ ਜੰਮਪੁਰ ਚਲੀਆਂ ਜਾਂਦੀਆਂ। ਦੇਖੋ ਇੰਨੀ ਭਾਰੀ ਸਜ਼ਾ, ਇੰਨਾ ਭਾਰਾ ਡਰ ਹੈ। ਭਾਵ ਕੀ ਹੈ ਕਿ ਅਸੀਂ ਤਾਂ ਆਪਣਾ ਜੋ ਮਨ ਦਾ ਪਾਪ ਹੈ ਜਾਂ ਮਨ ਦਾ ਭਾਰ ਹੈ ਜਾਂ ਮਨ ਦੇ ਕਲੇਸ਼ ਦੁੱਖ ਹੈ ਜਾਂ ਮਨ ਦੇ ਉੱਤੇ ਜੋ ਬੋਝ ਪਿਆ ਹੈਗਾ, ਇਹਨਾਂ ਸਾਰੀਆਂ ਸਮੱਸਿਆ ਨੂੰ ਦੁੱਖਾਂ ਨੂੰ ਹਰਨ ਵਾਸਤੇ ਸਾਧ ਸੰਗਤ ਦੇ ਵਿੱਚ ਜਾਂਦੇ ਹਾਂ। ਪਰ ਜਦੋਂ ਅਸੀਂ ਸਾਧ ਸੰਗਤ 'ਤੇ ਜਾ ਕੇ ਇਹਨਾਂ ਨੂੰ ਦੁੱਖਾਂ ਨੂੰ ਹਰਨ ਦੀ ਬਜਾਏ ਅਗਰ ਪਾਪਾਂ ਦਾ ਭਾਰ ਹੋਰ ਚਾੜ ਲਈਏ ਤਾਂ ਫਿਰ ਦੱਸੋ ਇਹਦਾ ਜਵਾਬਦੇਹ ਕੌਣ ਹੋ ਸਕਦਾ ਹੈ। ਇਹ ਕੇਵਲ ਅਤੇ ਕੇਵਲ ਸਿਰਫ ਸਾਧ ਸੰਗਤ ਦੇ ਵਿੱਚ ਦੁਨਿਆਵੀ ਗੱਲ ਚਲਾਉਣ ਦਾ ਐਡਾ ਹੀ ਵੱਡੀ ਸਜ਼ਾ ਸਾਨੂੰ ਮਿਲ ਜਾਂਦੀ ਹੈ। ਕਿਉਂ? ਪਹਿਲੀ ਗੱਲ ਇਹ ਹੈ ਕਿ ਸਾਨੂੰ ਸਾਧ ਸੰਗਤ ਦੇ ਬਾਰੇ ਹੈ ਨਾ ਇੰਨੀ ਜਾਣਕਾਰੀ ਨਹੀਂ ਹੈ। ਸੋ ਜਿਵੇਂ ਆਪਾਂ ਗੁਰਬਾਣੀ ਦੇ ਸ਼ਬਦਾਂ ਦਾ ਦੇਖਦੇ ਹਾਂ ਜਾਂ ਉਹਨਾਂ ਦੇ ਦਰਸ਼ਨ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈਗਾ ਕਿ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਕਿ ਸਾਧ ਸੰਗਤ ਦਾ ਸਥਾਨ ਜਿਹੜਾ ਜਗਮਗ ਨੂਰ ਹੈ ਅਤੇ ਲੱਖ ਲੱਖ ਸਸੀਰ ਭਾਨ ਕਿਰਨ ਠਠੂਰ ਹੈ। ਕਹਿੰਦੇ ਲੱਖਾਂ ਚੰਦਰਮੇ ਲੱਖਾਂ ਸੂਰਜਾਂ ਦਾ ਤੇਜ ਵੀ ਹੈ ਨਾ ਇਹਦੇ ਮੂਹਰੇ ਠੰਡਾ ਹੋ ਜਾਂਦਾ ਹੈ। ਭਾਵ ਕੀ ਆ, ਫਿੱਕਾ ਪੈ ਜਾਂਦਾ ਹੈ। ਸਾਧ ਸੰਗਤ ਦੀ ਮਹਿਮਾ ਜਿਹੜੀ ਹੈ ਨਾ ਇੰਨੀ ਅਪਰੰਪਾਰ ਹੈ। ਜਿਵੇਂ ਆਪਾਂ ਮਹਾਂਪੁਰਖਾਂ ਦੇ ਬਚਨਾਂ ਦਾ ਸੁਣਦੇ ਹਾਂ ਕਿ ਇੱਕ ਵਾਰੀ ਕੋਈ ਹੈ ਨਾ ਵਾਹਿਗੁਰੂ ਜੀ ਨੂੰ ਮਿਲਣ ਵਾਸਤੇ ਵਾਹਿਗੁਰੂ ਜੀ ਦੇ ਘਰ ਦੇ ਵਿੱਚ ਕੋਈ ਪ੍ਰੇਮੀ ਗਿਆ। ਜਦ ਕਹਿੰਦੇ ਗਿਆ ਤਾਂ ਉਹਨੇ ਦੇਖਿਆ ਕਿ ਵਾਹਿਗੁਰੂ ਜੀ ਤਾਂ ਉੱਥੇ ਨਹੀਂ ਆ, ਪਰ ਜਦੋਂ ਸਾਧ ਸੰਗਤ ਸਥਾਨ 'ਤੇ ਆਇਆ ਤਾਂ ਉੱਥੇ ਪਰਮੇਸ਼ਰ ਬੈਠੇ ਸੀਗੇ। ਤਾਂ ਉਸ ਪ੍ਰੇਮੀ ਨੇ ਪਰਮੇਸ਼ਰ ਨੂੰ ਪੁੱਛਿਆ ਕਿ ਮੈਂ ਤੁਹਾਨੂੰ ਮਿਲਣ ਵਾਸਤੇ ਤੁਹਾਡੇ ਘਰ ਦੇ ਵਿੱਚ ਗਿਆ ਸੀ, ਤੁਹਾਡੇ ਨਿਵਾਸ 'ਚ ਗਿਆ ਸੀ, ਪਰ ਤੁਸੀਂ ਉੱਥੇ ਨਹੀਂ ਹੈ ਅਤੇ ਤੁਸੀਂ ਇੱਥੇ ਕਿਵੇਂ ਬੈਠ ਗਏ। ਅਤੇ ਵਾਹਿਗੁਰੂ ਜੀ ਹੱਸ ਕੇ ਕਹਿਣ ਲੱਗੇ, ਅਸਲ ਦੇ ਵਿੱਚ ਜਿਹੜਾ ਮੇਰਾ ਮੇਨ ਘਰ ਹੈ, ਜੋ ਮੇਰਾ ਟਿਕਾਣਾ ਹੈ ਨਾ ਉਹ ਸਾਧ ਸੰਗਤ ਦੇ ਵਿੱਚ ਹੀ ਹੈ। ਅਗਰ ਮੈਂ ਆਪਣੇ ਘਰ ਨਾ ਹੋਵਾਂ ਸਮਝ ਲਓ ਮੈਂ ਸਾਧ ਸੰਗਤ ਦੇ ਵਿੱਚ ਹੁੰਦਾ ਹਾਂ। ਭਾਵ ਕੀ ਹੈ ਕਿ ਇਹ ਜਿਹੜੀ ਹੈ ਨਾ ਅੰਦਰਲੀ ਸੁਰਤ ਹੈਗੀ ਆ, ਜਿਹੜੀ ਸਾਡੀ ਸੁਰਤ ਵਾ ਨਾ ਅੰਦਰਲੀ, ਇਹ ਸਾਧ ਸੰਗਤ ਦੇ ਅਸਥਾਨ ਦੇ ਵਿੱਚ ਜਾ ਕੇ ਹੀ ਇਹ ਉਸ ਰਸ ਨੂੰ ਮਾਣਦੀ ਹੈ, ਜਿਹੜਾ ਰਸ ਇਹਨੂੰ ਦੁਨੀਆ ਦੇ ਵਿੱਚ ਲੱਖਾਂ ਪੈਸੇ ਖਰਚ ਕੇ ਵੀ ਪ੍ਰਾਪਤ ਨਹੀਂ ਹੁੰਦਾ ਹੈ। ਸੋ ਕਹਿਣ ਤੋਂ ਭਾਵ ਹੈ ਕਿ ਸਾਧ ਸੰਗਤ ਦੇ ਵਿੱਚ ਸਾਨੂੰ ਭੈ ਅਤੇ ਅਦਬ ਦੇ ਵਿੱਚ ਬੈਠਣਾ ਚਾਹੀਦਾ ਹੈਗਾ, ਕਿਉਂਕਿ ਸਾਧ ਸੰਗਤ ਬਿਨ ਭਾਗਾਂ ਤੋਂ ਪ੍ਰਾਪਤ ਨਹੀਂ ਹੁੰਦਾ। ਗੁਰਬਾਣੀ ਦਾ ਫਰਮਾਨ ਹੈ ਕਿ ਬਿਨ ਭਾਗਾਂ ਸਤ ਸੰਗਤ ਨਾ ਲੱਭੇ। ਬਿਨਾਂ ਭਾਗਾਂ ਤੋਂ ਕਹਿੰਦੇ ਸਤ ਸੰਗਤ ਨਹੀਂ ਮਿਲਦੀ ਹੈ ਅਤੇ ਬਿਨ ਸੰਗਤ ਮੈਲ ਭਰੀਜੇ ਜੀਓ। ਅਤੇ ਸੰਗਤ ਤੋਂ ਬਿਨਾਂ ਫਿਰ ਮੈਲ ਜਿਹੜੀ ਹੈ ਉਹ ਭਰਨ ਲੱਗ ਪੈਂਦੀ ਆ। ਅਤੇ ਅਗਰ ਅਸੀਂ ਸੰਗਤ ਦੇ ਵਿੱਚ ਰਹਿ ਕੇ ਹੀ ਇਸ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਅਤੇ ਸਾਡੇ ਨਾਲ ਜਿਹੜੀਆਂ ਹੋਰ ਬੈਠੀਆਂ ਜੁੜੀਆਂ ਆਤਮਾ ਉਹਨਾਂ ਦੇ ਮਨ ਨੂੰ ਬੜੀ ਠੇਸ ਪਹੁੰਚਦੀ ਉਹਨਾਂ ਟਾਈਮਾਂ ਦੇ ਵਿੱਚ। ਅਤੇ ਜਿਹੜਾ ਉਹਨਾਂ ਦਾ ਜਿਹੜੀ ਸੁਰਤ ਪਰਮੇਸ਼ਰ ਨਾਲ ਟੁੱਟ ਜਾਂਦੀ ਹੈ, ਇਸ ਟੁੱਟੀ ਹੋਈ ਸੁਰਤ ਦਾ ਜਿਹੜਾ ਨਾ ਬੋਝ ਹੈ, ਜਾਂ ਇਉਂ ਕਹਿ ਲਓ ਕਿ ਜੋ ਅਸੀਂ ਕਰਮ ਕੀਤਾ ਹੈ ਕਿਸੇ ਦੀ ਰੱਬ ਦੇ ਪਿਆਰੇ ਦੀ ਸੁਰਤ ਨੂੰ ਪਰਮਾਤਮਾ ਦੇ ਨਾਲੋਂ
ਤੋੜ ਦੇਣਾ, ਵਾਹਿਗੁਰੂ ਦੇ ਅੰਮ੍ਰਿਤਮਈ ਰਸ ਨਾਲੋਂ ਤੋੜ ਦੇਣਾ। ਇਹਦਾ ਫਿਰ ਜਿਹੜਾ ਡੰਨ ਵਾ ਹੈ ਨਾ ਉਹ ਉਸ ਨੂੰ ਹੀ ਲੱਗਦਾ ਹੈ ਜਿਹੜਾ ਸੁਰਤ ਤੋੜਨ ਦੇ ਵਿੱਚ ਭਾਗੀਦਾਰ ਬਣਦਾ ਹੈਗਾ। ਸੋ ਜ਼ਰੂਰੀ ਹੈ ਕਿ ਸਾਧ ਸੰਗਤ ਦੇ ਅੰਦਰ ਮੋਬਾਇਲਾਂ ਦੀ ਵਰਤੋਂ ਬਿਲਕੁਲ ਬੰਦ ਕਰਨੀ ਚਾਹੀਦੀ ਹੈ। ਜਿਸ ਕਾਰਜ ਲਈ ਅਸੀਂ ਆਏ ਹਨ ਉਹ ਹੀ ਸਾਡਾ ਨਿਸ਼ਾਨਾ ਹੋਣਾ ਚਾਹੀਦਾ ਹੈ। ਭਾਵੇਂ ਅਸੀਂ ਸਾਧ ਸੰਗਤ ਦੇ ਵਿੱਚ ਬਹੁਤ ਘੱਟ ਟਾਈਮ ਵਾਸਤੇ ਬਹਿੰਦੇ ਹਾਂ, ਪਰ ਇਸ ਘੱਟ ਟਾਈਮ ਦੇ ਵਿੱਚ ਵੀ ਅਸੀਂ ਹੈ ਨਾ ਮੋਬਾਇਲ ਜਿਹੜਾ ਹੈਗਾ ਇਹਦਾ ਸੁੱਚ ਆਫ ਕਰਨ ਦੀ ਆਪਣੀ ਜਿਹੜੀ ਆਦਤ ਵਾ ਉਸ ਤੋਂ ਆਵਾਜ਼ ਜਿਹੜੇ ਹੈ ਅਸੀਂ ਨਹੀਂ ਆਉਂਦੇ। ਇਸ ਕਰਕੇ ਜ਼ਰੂਰੀ ਹੈ ਕਿ ਜਦੋਂ ਵੀ ਅਸੀਂ ਸਤਸੰਗ ਗੁਰਦੁਆਰੇ ਸਾਹਿਬ ਜਾਣਾ ਹੋਵੇ ਸਾਨੂੰ ਪਹਿਲਾਂ ਹੀ ਜਿਹੜਾ ਮੋਬਾਇਲ ਹੈ ਨਾ ਬੰਦ ਕਰਨਾ ਚਾਹੀਦਾ ਹੈਗਾ। ਬੰਦ ਕਰਨ ਤੋਂ ਭਾਵ ਇਹ ਹੈਗਾ ਕਿ ਅਗਰ ਮਨ ਦੇ ਵਿੱਚ ਸਾਡੇ ਵਿਚਾਰ ਆ ਜਾਵੇ ਵੀ ਸ਼ਾਇਦ ਕੋਈ ਅਜਿਹਾ ਕੰਮ ਹੈਗਾ ਕਿ ਜਿਹੜਾ ਮੋਬਾਇਲ ਚਲਾਉਣ ਦੇ ਨਾਲ ਸਾਡਾ ਅਧੂਰਾ ਰਹਿ ਜਾਂਦਾ ਹੈ। ਅਸਲ ਦੇ ਵਿੱਚ ਅਸੀਂ ਇਹ ਨਹੀਂ ਜਾਣਦੇ ਕਿ ਜਦੋਂ ਅਸੀਂ ਗੁਰੂ ਦੇ ਦਰਬਾਰ ਦੇ ਵਿੱਚ ਆ ਜਾਂਦੇ ਹਾਂ ਤਾਂ ਗੁਰੂ ਆਪ ਹੀ ਫਿਰ ਸਾਰੇ ਕੰਮਾਂ ਕਾਰਾਂ ਦੀ ਜ਼ਿੰਮੇਵਾਰੀ ਉਸ ਗੁਰਸਿੱਖ ਪ੍ਰੇਮੀ ਦੀ ਖੁਦ ਲੈ ਲੈਂਦਾ ਹੈਗਾ। ਜਿਵੇਂ ਆਪਾਂ ਦੇਖਦੇ ਹਾਂ ਕਿ ਇੱਕ ਮਾਈ ਜਿਹੜੀ ਸੀਗੀ ਗੁਰਸਿੱਖ ਪ੍ਰੇਮਣ ਸੀਗੀ, ਉਹ ਰੋਜ਼ ਸਤਸੰਗ ਦੇ ਵਿੱਚ ਆਉਂਦੀ ਸੀ। ਜਦ ਰੋਜ਼ ਸਤਸੰਗ 'ਚ ਆਉਂਦੀ ਸੀਗੀ ਉਹਦਾ ਘਰ ਜਿਹੜਾ ਸੀਗਾ ਉਹ ਕਾਫੀ ਅਮੀਰ ਸੀਗਾ। ਪਰ ਇੱਕ ਵਾਰ ਦੱਸਦੇ ਆ ਕਿ ਕਿਸੇ ਜਿਹੜੇ ਚੋਰ ਸੀਗੇ, ਚੋਰਾਂ ਦਾ ਇੱਕ ਟੋਲਾ ਸੀਗਾ, ਉਹਨਾਂ ਨੇ ਇਸ ਮਾਈ 'ਤੇ ਨਜ਼ਰ ਰੱਖੀ। ਉਹਨਾਂ ਨੇ ਦੇਖਿਆ ਕਿ ਜਿਹੜੀ ਮਾਈ ਹੈ ਨਾ ਇਹ ਇਸ ਟਾਈਮ ਸਤਸੰਗ ਦੇ ਵਿੱਚ ਜਾਂਦੀ ਹੈ ਅਤੇ ਚੋਰਾਂ ਨੇ ਇਹ ਵਿਉਂਤ ਬਣਾਈ ਹੈ ਕਿ ਜਦੋਂ ਮਾਈ ਇਸ ਘਰ ਦੇ ਵਿੱਚ ਨਾ ਹੋਵੇ ਉਦੋਂ ਅਸੀਂ ਘਰ ਦੇ ਵਿੱਚ ਸੰਨ ਲਾ ਕੇ ਸਾਰਾ ਸਮਾਨ ਲੈ ਕੇ ਅਤੇ ਤਿੱਤਰ ਹੋ ਜਾਈਏ। ਪਰ ਦੇਖਿਓ ਉੱਧਰ ਮਾਈ ਜਿਹੜੀ ਸੀਗੀ ਜਾਂ ਸੰਗਤ ਦੇ ਵਿੱਚ ਬੈਠੀ ਆ ਅਤੇ ਮਹਾਂਪੁਰਖ ਜਿਹੜੇ ਸੀ ਉਹਨਾਂ ਟਾਈਮਾਂ ਦੇ ਵਿੱਚ ਕਥਾ ਕਰਦੇ ਸੀ, ਬਚਨ ਸੁਣਦੀ ਸੀਗੀ। ਇੱਧਰੋਂ ਚੋਰਾਂ ਦਾ ਜਿਹੜਾ ਮੁਖੀਆ ਸੀਗਾ ਉਹਨੇ ਆਪਣੇ ਜਿੰਨੇ ਵੀ ਮੈਂਬਰ ਸੀਗੇ ਉਸ ਗੈਂਗ ਦੇ ਉਹਨਾਂ ਨੂੰ ਕਹਿਤਾ ਕਿ ਤੁਸੀਂ ਮਾਈ ਦਾ ਜਿੰਨਾ ਸਮਾਨ ਸਾਰਾ ਲੁੱਟ ਕੇ ਅਤੇ ਇੱਕ ਪੰਡਾਂ ਦੇ ਵਿੱਚ ਬੰਨ੍ਹਣਾ ਸ਼ੁਰੂ ਕਰ ਦਿਓ ਅਤੇ ਮੈਂ ਜਾ ਕੇ ਨਾ ਮਾਈ ਦੇ ਕੋਲ ਜਾ ਕੇ ਉਹਦਾ ਧਿਆਨ ਰੱਖਦਾ ਹਾਂ। ਅਗਰ ਮਾਈ ਜਿਹੜੀ ਆ ਜਾਊਗੀ ਤਾਂ ਮੈਂ ਤੁਹਾਨੂੰ ਬਾਹਰੋਂ ਸੀਟੀ ਮਾਰ ਦੂੰਗਾ ਅਤੇ ਤੁਸੀਂ ਇਹ ਗੱਲ ਸਮਝ ਲੈਣੀ ਹੈ ਕਿ ਮਾਈ ਆ ਗਈ ਆ ਅਤੇ ਤੁਹਾਨੂੰ ਤੁਸੀਂ ਸਾਰੇ ਸਾਵਧਾਨ ਹੋ ਕੇ ਸਮਾਨ ਲੈ ਕੇ ਇੱਕ ਪਾਸੇ ਨਿਕਲ ਜਾਣਾ ਹੈਗਾ। ਚੋਰਾਂ ਦਾ ਗੈਂਗ ਜਿਹੜਾ ਲੀਡਰ ਸੀਗਾ ਇਹ ਸਤਸੰਗ ਦੇ ਪਿੱਛੇ ਜਿੱਥੇ ਮਾਈ ਬੈਠੀ ਸੀ ਇਹਦੇ ਪਿੱਛੇ ਜਾ ਕੇ ਬੈਠ ਗਿਆ। ਪਰ ਜਦੋਂ ਪਿੱਛੇ ਜਾ ਕੇ ਬੈਠਾ ਉੱਧਰੋਂ ਮਹਾਂਪੁਰਖ ਬਚਨ ਕਰਦੇ ਸੀ। ਬਚਨ ਕਰਦਿਆਂ ਇੱਕ ਪ੍ਰੇਮੀ ਦੀ ਨਜ਼ਰ ਜਿਹੜੀ ਸੀ ਕੁਦਰਤੀ ਉਸ ਘਰ ਦੇ ਵਿੱਚ ਪਈ ਆ। ਉਹਨੇ ਦੇਖਿਆ ਕਿ ਮਾਈ ਤਾਂ ਸਤਸੰਗ 'ਚ ਗਈ ਆ ਪਰ ਇਹਦੇ ਘਰ ਦੇ ਵਿੱਚ ਲੱਗਦੇ ਆ ਕਿ ਕੋਈ ਚੋਰ ਆ ਕੇ ਇਹਦੀ ਚੋਰੀ ਕਰਨ ਲੱਗ ਪਏ ਆ। ਉਹ ਸੱਜਣ ਦੌੜਾ ਮਾਈ ਦੇ ਕੋਲ ਪਹੁੰਚਾ। ਜਦ ਸੰਗਤ ਦੇ ਵਿੱਚ ਉਹ ਮਾਈ ਦੇ ਪਿੱਛੇ ਆਇਆ, ਉਹ ਮਾਈ ਨੂੰ ਹੌਲੀ ਦਿਨ ਕਹਿਣ ਲੱਗਾ ਕਿ ਮਾਤਾ ਜੀ ਤੁਸੀਂ ਸਤਸੰਗ 'ਚ ਬੈਠੇ ਆ, ਤੁਹਾਡੇ ਘਰ ਚੋਰ ਚੋਰੀ ਕਰ ਰਹੇ ਆ। ਜਦ ਇੰਨੀ ਗੱਲ ਹੋਈ ਤਾਂ ਮਾਈ ਜਿਹੜੀ ਸੀ ਉਹਨੇ ਬਿਨਾਂ ਝਿਜਕ ਤੋਂ, ਬਿਨਾਂ ਕਿਸੇ ਡਰ ਤੋਂ, ਬਿਨਾਂ ਖੌਫ ਤੋਂ ਇਹ ਗੱਲ ਜਿਹੜੀ ਸੀ ਉਸ ਪ੍ਰੇਮੀ ਨੂੰ ਕਹਿ ਦਿੱਤੀ ਕਿ ਪ੍ਰੇਮੀਆਂ ਠੀਕ ਹੈ, ਅਗਰ ਮੇਰੇ ਘਰ ਚੋਰ ਆਏ ਤਾਂ ਕੋਈ ਗੱਲ ਨਹੀਂ, ਪਰ ਆਹ ਜਿਹੜੇ ਬਚਨ ਚੱਲ ਰਹੇ ਮਹਾਂਪੁਰਖਾਂ ਦੇ ਇਹ ਬਚਨ ਜਿਹੜੇ ਆ ਅਗਰ ਮੇਰੇ ਹੱਥੋਂ ਅੱਜ ਨਿਕਲ ਗਏ ਹਨ ਇਹ ਮੈਨੂੰ ਕਿਸੇ ਵੀ ਕੀਮਤ ਦੇ ਵਿੱਚ ਪ੍ਰਾਪਤ ਨਹੀਂ ਹੋਣੇ ਹੈ। ਇਹ ਬਚਨ ਮੈਨੂੰ ਜ਼ਰੂਰੀ ਹੈ। ਮੈਨੂੰ ਘਰ ਦੇ ਸਮਾਨ ਦੀ ਕੋਈ ਪਰਵਾਹ ਨਹੀਂ, ਘਰ ਦਾ ਸਮਾਨ ਕੋਈ ਜ਼ਰੂਰੀ ਨਹੀਂ ਹੈ। ਅਗਰ ਚੋਰ ਲੈ ਵੀ ਗਏ ਤਾਂ ਵੀ ਕੋਈ ਗੱਲ ਨਹੀਂ, ਸਮਾਨ ਤਾਂ ਫਿਰ ਵੀ ਬਣ ਜਾਊ। ਪਰ ਜਿਹੜੇ ਮਹਾਂਪੁਰਖਾਂ ਦੇ ਬਚਨ ਹੈਗੇ ਆ ਅਗਰ ਇੱਥੋਂ ਨਿਕਲ ਗਏ ਹਨ ਤਾਂ ਫਿਰ ਇਹ ਜ਼ਿੰਦਗੀ ਭਰ ਜਿਹੜੀ ਹੈ ਮੈਂ ਇਹਨਾਂ ਬਚਨਾਂ ਵਾਸਤੇ ਤਰਸਦੀ ਰਹੂੰਗੀ। ਇਹ ਬਚਨ ਕਦੀ ਵੀ ਮੈਨੂੰ ਲੱਭਣਗੇ ਨਹੀਂ, ਕਿਉਂਕਿ ਸਾਧਾਂ ਮਹਾਂਪੁਰਖਾਂ ਦੇ ਜਿਹੜੇ ਸਤਸੰਗ ਰੂਪੀ ਬਚਨ ਹੁੰਦੇ ਆ ਇਹ ਹੀਰੇ ਅਤੇ ਮੋਤੀਆਂ ਤੋਂ ਵੀ ਅਨਮੋਲ ਹੁੰਦੇ ਆ, ਸੁਆਸਾਂ ਤੋਂ ਵੀ ਕੀਮਤੀ ਹੁੰਦੇ ਆ। ਜਦੋਂ ਮਾਈ ਨੇ ਉਸ ਪ੍ਰੇਮੀ ਨੂੰ ਇਹ ਗੱਲ ਕਹੀ, ਪਿੱਛੇ ਜਿਹੜਾ ਚੋਰਾਂ ਦਾ ਗੈਂਗ ਬੈਠਾ ਸੀਗਾ ਉਹਨੇ ਮਾਈ ਦੀ ਇਹ ਗੱਲ ਸੁਣ ਕੇ ਬੇਪਰਵਾਹੀ ਦੀ ਤਾਂ ਬਚਨਾਂ ਦੀ ਮਹਿਮਾ ਸੁਣ ਕੇ ਉਹ ਲੀਡਰ ਦੰਗ ਰਹਿ ਗਿਆ। ਉਹਦੇ ਮਨ 'ਤੇ ਇੰਨਾ ਅਸਰ ਹੋਇਆ ਕਿ ਦੇਖੋ ਮਾਈ ਨੂੰ ਘਰ ਪੂਰਾ ਪਤਾ ਹੈ ਕਿ ਮੇਰੇ ਘਰ ਦੇ ਵਿੱਚ ਚੋਰਾਂ ਨੇ ਸੰਨ ਲਾਈ ਆ, ਸਮਾਨ ਇਕੱਠਾ ਕਰਦੇ ਆ, ਪਰ ਮਾਈ ਬਚਨਾਂ ਦੀ ਕੀਮਤ ਨੂੰ ਆਪਣੇ ਮਨ ਦੇ ਵਿੱਚ ਐਡਾ ਵਸਾ ਕੇ ਬੈਠੀ ਹੈ ਕਿ ਅਗਰ ਅਸੀਂ ਇਸ ਘਰ ਦੀ ਚੋਰੀ ਕਰ ਲਈਏ ਤਾਂ ਫਿਰ ਸਾਨੂੰ ਕੌਣ ਜਿਹੜਾ ਹੈਗਾ ਬਖਸ਼ੇਗਾ। ਦੇਖੋ ਉਹ ਚੋਰਾਂ ਦਾ ਲੀਡਰ ਉਸੇ ਟਾਈਮ ਉਸ ਮਾਈ ਦੇ ਘਰ ਦੇ ਵਿੱਚ ਵਾਪਸ ਮੁੜਿਆ ਆ ਕੇ ਜਿਹੜੇ ਉਹਦੇ ਸਾਥੀ ਸੀ ਉਹਨਾਂ ਨੂੰ ਕਹਿਣ ਲੱਗਾ ਕਿ ਜਿੰਨਾ ਸਮਾਨ ਲੁੱਟਿਆ ਤੁਸੀਂ ਇਸੇ ਤਰ੍ਹਾਂ ਪੰਡਾਂ ਵਿੱਚ ਰੱਖ ਦਿਓ, ਜਦ ਤੱਕ ਮਾਈ ਆਉਂਦੀ ਨਹੀਂ ਹੈ ਨਾ ਅਸੀਂ ਜਦ ਤੱਕ ਮਾਈ ਦੇ ਪੈਰਾਂ ਦੇ ਵਿੱਚ ਲੰਮੇ ਪੈ ਕੇ ਮਾਫੀ ਨਹੀਂ ਮੰਗ ਲੈਂਦੇ ਤਦ ਤੱਕ ਸਾਡੇ ਜਨਾਬ ਬਖਸ਼ੇ ਨਹੀਂ ਜਾਣਗੇ। ਪਰ ਉਹਦੇ ਨਾਲ ਦੇ ਸਾਥੀ ਬੜੇ ਹੈਰਾਨ ਹੋਏ ਕਿ ਸਾਡੇ ਲੀਡਰ ਨੂੰ ਅੱਜ ਕੀ ਹੋ ਗਿਆ ਹੈ। ਪਰ ਉਸ ਲੀਡਰ ਨੇ ਦੱਸਿਆ ਕਿ ਤੁਹਾਨੂੰ ਇਸ ਭੇਦ ਦਾ ਪਤਾ ਨਹੀਂ ਹੈਗਾ, ਜਦੋਂ ਮਾਈ ਆਊਗੀ ਫਿਰ ਮੈਂ ਤੁਹਾਨੂੰ ਖੁੱਲ੍ਹ ਕੇ ਇਹ ਗੱਲ ਦੱਸੂੰਗਾ। ਪਰ ਦੇਖੋ ਉੱਧਰੋਂ ਸੰਗਤ ਦੇ ਬਚਨ ਜਿਹੜੇ ਸੀ ਸੰਗਤ ਦੇ ਵਿੱਚ ਜਦ ਸਮਾਪਤੀ ਹੋਈ, ਮਾਈ ਆਪਣੇ ਸਹਿਜ ਦੇ ਵਿੱਚ ਜਦ ਘਰ ਪਹੁੰਚੀ ਤਾਂ ਮਾਈ ਨੇ ਕੀ ਦੇਖਿਆ ਕਿ ਦਰਵਾਜ਼ਾ ਖੁੱਲ੍ਹਾ ਸੀਗਾ। ਜਦ ਉਹ ਮਾਈ ਅੰਦਰ ਗਈ ਤਾਂ ਕੀ ਦੇਖਿਆ ਸਾਰੇ ਚੋਰ ਜਿਹੜੇ ਸੀ ਉਹ ਮਾਈ ਦੇ ਪੈਰਾਂ ਦੇ ਮੂਹਰੇ ਲੰਮੇ ਪੈ ਗਏ। ਮਾਈ ਨੇ ਪੁੱਛਿਆ ਵੀ ਤੁਸੀਂ ਕੌਣ ਹੋ? ਤਾਂ ਉਹ ਕਹਿਣ ਲੱਗੇ ਕਿ ਅਸੀਂ ਚੋਰ ਆ, ਅਸੀਂ ਤੁਹਾਡੇ ਘਰ ਦੀ ਚੋਰੀ ਕੀਤੀ ਆ।
ਤੇ ਮਾਈ ਕਹਿਣ ਲੱਗੀ ਜੇ ਚੋਰੀ ਕੀਤੀ ਹੈ ਤਾਂ ਫਿਰ ਕੀ ਸੀ, ਫਿਰ ਤੁਸੀਂ ਸਮਾਨ ਲੈ ਜਾਂਦੇ। ਪਰ ਉਹ ਲੀਡਰ ਕਹਿਣ ਲੱਗਾ ਨਹੀਂ ਮਾਈ ਜੀ, ਅੱਜ ਸਾਨੂੰ ਪਤਾ ਲੱਗਾ ਹੈਗਾ ਕਿ ਸਾਧ ਸੰਗਤ ਦੇ ਵਿੱਚ ਸਾਧ ਸੰਗਤ ਦੇ ਬਚਨਾਂ ਦੀ ਮਹਿਮਾ ਜਿਹੜੀ ਹੈ ਇੱਕ ਆਮ ਸਧਾਰਨ ਇਨਸਾਨ ਵਾਸਤੇ ਕਿੱਡੀ ਭਾਰੀ ਬਣਦੀ ਆ। ਕਹਿੰਦੇ ਇਹ ਅੱਜ ਸਾਨੂੰ ਪਤਾ ਲੱਗੇ ਕਿ ਤੁਹਾਨੂੰ ਸੰਗਤ ਦੇ ਵਿੱਚ ਪਤਾ ਵੀ ਲੱਗਾ ਕਿ ਤੁਹਾਡੇ ਘਰ ਚੋਰ ਚੋਰੀ ਕਰਦੇ ਆ, ਪਰ ਤੁਹਾਡਾ ਜਿਹੜਾ ਧਿਆਨ ਸੀਗਾ ਸਾਧ ਸੰਗਤ ਦੇ ਬਚਨਾਂ ਦੇ ਵਿੱਚ ਇੰਨਾ ਮਗਨ ਸੀਗਾ ਕਿ ਤੁਸੀਂ ਇਹ ਗੱਲ ਬੇਪਰਵਾਹੀ ਨਾਲ ਕਹਿਤੀ ਕਿ ਸਮਾਨ ਤਾਂ ਫਿਰ ਵੀ ਬਣ ਜਾਏਗਾ, ਪਰ ਮਹਾਂਪੁਰਖਾਂ ਦੇ ਬਚਨ ਅਗਰ ਇੱਥੋਂ ਚਲੇ ਗਏ ਮੁੜ ਕੇ ਹੱਥ ਨਹੀਂ ਆਉਣੇ। ਸੋ ਸਾਡੇ ਮਨ ਵਿੱਚ ਇਹ ਹੈ ਕਿ ਅਸੀਂ ਜ਼ਿੰਦਗੀ 'ਚ ਇੰਨੇ ਗੁਨਾਹ ਕੀਤੇ ਆ, ਪਰ ਅੱਜ ਇੱਕ ਅਵਸਰ ਮੌਕਾ ਸਾਨੂੰ ਮਿਲਿਆ ਹੈਗਾ ਕਿ ਅਸੀਂ ਸਾਰੇ ਗੁਨਾਹਾਂ ਦੀ ਮਾਫੀ ਆਪ ਪਾਸੋਂ ਮੰਗ ਲੈਂਦੇ ਹਾਂ, ਤਾਂ ਜੋ ਸਾਡੇ ਜੀਵਨ ਦੇ ਵਿੱਚ ਸੁਧਾਰ ਹੋ ਸਕੇ ਅਤੇ ਅਸੀਂ ਵੀ ਚੰਗੇ ਇਨਸਾਨ ਬਣ ਸਕੀਏ। ਦੇਖੋ ਉਹਨਾਂ ਚੋਰਾਂ ਨੇ ਫਿਰ ਚੋਰੀ ਛੱਡ ਦਿੱਤੀ ਅਤੇ ਮਾਈ ਨੇ ਫਿਰ ਉਹਨਾਂ ਨੂੰ ਉਪਦੇਸ਼ ਦਿੱਤਾ ਹੈਗਾ, ਉਹ ਚੋਰੀ ਛੱਡ ਕੇ ਫਿਰ ਚੰਗੇ ਗੁਰਸਿੱਖ ਬਣ ਗਏ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਜਿਹੜਾ ਮੋਬਾਈਲ ਅਸੀਂ ਇਹਦੇ ਵਿੱਚ ਸੁਣ ਲੈਂਦੇ ਹਾਂ ਜਾਂ ਕਿਸੇ ਦਾ ਆਉਂਦਾ ਚੱਲਦੀ ਸੰਗਤ 'ਚ ਕਈ ਵਾਰ ਕੀਰਤਨ ਦਾ ਰਸ ਇੰਨਾ ਵਧਿਆ ਹੁੰਦਾ ਕਿ ਯਕਦਮ ਮੋਬਾਈਲ ਦੀ ਘੰਟੀ ਜਿਹੜੀ ਉਹ ਰਸ ਤੋੜ ਦਿੰਦੀ ਆ, ਅਤੇ ਇਹ ਜਿਹੜਾ ਟੁੱਟਿਆ ਹੋਇਆ ਰਸ ਦਾ ਮਹਾਂਪਾਪ ਹੁੰਦਾ ਹੈਗਾ ਉਸ ਇਨਸਾਨ ਦੇ ਨਾਲ ਜੁੜ ਜਾਂਦਾ ਹੈ। ਇਸੇ ਕਰਕੇ ਉਹ ਜਿਹੜਾ ਇਨਸਾਨ ਉਹਦਾ ਜਪ ਤਪ ਜਿੰਨਾ ਵੀ ਹੁੰਦਾ ਹੈ ਨਾ, ਉਹ ਸਾਰਾ ਹੀ ਨਿਸਫਲ ਹੋ ਜਾਂਦਾ। ਇਸੇ ਕਰਕੇ ਮਹਾਰਾਜ ਨੇ ਰਹਿਤਨਾਮਿਆਂ ਦੇ ਵਿੱਚ ਨਾ ਇਹ ਗੱਲ ਪੂਰੇ ਜ਼ੋਰ ਦੇ ਵਿੱਚ ਸਾਨੂੰ ਸਮਝਾਈ ਹੈ ਕਿ ਹਰ ਜਸ ਸੁਣਤੇ ਬਾਤ ਚਲਾਵੇ। ਅਗਰ ਕੋਈ ਵਾਹਿਗੁਰੂ ਜੀ ਦਾ ਜਸ ਸੁਣਦਾ ਗੱਲ ਚਲਾਵੇਗਾ, ਕਹੇ ਗੋਬਿੰਦ ਸਿੰਘ ਬਹੁਤ ਜੰਮਪੁਰ ਜਾਵੇ, ਕਹਿੰਦੇ ਫਿਰ ਦੇਖੋ ਜਮਾਂ ਨੂੰ ਚਲਾ ਜਾਏਗਾ। ਇਹ ਫੈਸਲਾ ਜਿਹੜਾ ਹੈ ਨਾ ਇਹ ਉਸ ਆਦਮੀ ਦੇ ਉਸ ਇਨਸਾਨ ਦੇ ਹੱਥ 'ਚ ਆ ਕਿ ਉਹਨੇ ਜੰਮਪੁਰ ਜਾਣਾ ਹੈ ਜਾਂ ਗੁਰੂ ਦੇ ਬੈਕੁੰਠ ਧਾਮ ਦੇ ਵਿੱਚ ਜਾਣਾ ਹੈਗਾ। ਅਗਰ ਉਹ ਮੋਬਾਈਲ ਆਪਣਾ ਸਵਿਚ ਆਫ ਨਾ ਕਰੇ ਤਾਂ ਫਿਰ ਉਹਨੂੰ ਜੰਮਪੁਰ ਜਾਣ ਤੋਂ ਫਿਰ ਗੁਰੂ ਵੀ ਵਿਚਾਰਾ ਕੀ ਕਰ ਸਕਦਾ। ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਕਬੀਰ ਸਤਿਗੁਰ ਸਾਚਾ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਇੱਕ ਨਾ ਲੱਗੇ ਜੋ ਬਾਂਸ ਵਜਾਈਏ ਫੂਕ। ਕਹਿੰਦੇ ਸਤਿਗੁਰੂ ਕੀ ਕਰ ਜੇ ਸਿੱਖ ਹੀ ਜਿਹੜੇ ਹਨ ਉਹ ਗਲਤੀ ਕਰਨ, ਭੁੱਲ ਚੁੱਕ ਕਰਨ। ਇੱਕ ਤਾਂ ਭੁੱਲ ਹੁੰਦੀ ਹੈ ਜਿਹੜੀ ਭੁੱਲ ਸਧਾਰਨ ਤੌਰ ਦੇ ਉੱਤੇ ਹੀ ਜਿਹੜੀ ਹੈ ਉਹ ਚੇਤੇ ਤੋਂ ਬਾਹਰ ਹੋ ਕੇ ਹੋ ਜਾਂਦੀ। ਜਿਹੜੀ ਚੇਤੇ ਤੋਂ ਬਾਹਰੀ ਚੀਜ਼ ਹੋ ਜਾਂਦੀ ਉਹ ਭੁੱਲ ਨਹੀਂ ਕਹੀ ਜਾਂਦੀ, ਪਰ ਜਿਹੜੀ ਚੀਜ਼ ਅਸੀਂ ਜਾਣ ਬੁੱਝ ਕੇ ਕਰਦੇ ਹਾਂ ਉਹ ਭੁੱਲ ਦੇ ਵਿੱਚ ਆ ਜਾਂਦੀ ਆ। ਇਹੋ ਜਿਹੜੀ ਚੀਜ਼ ਹੈਗੀ ਆ ਫਿਰ ਇਹ ਸਾਨੂੰ ਉਸ ਹਿਸਾਬ ਕਿਤਾਬ ਲੇਖੇ ਜੋਖੇ ਦੇ ਵਿੱਚ ਫਸਾ ਦਿੰਦੀ ਆ, ਜਿਸ ਲੇਖੇ ਜੋਖੇ ਦੇ ਵਿੱਚ ਸਾਨੂੰ ਬਹੁਤ ਭਾਰਾ ਜਿਹੜਾ ਹੈ ਨਾ ਆਪਣੀ ਜੀਵਨ ਦਾ, ਆਪਣੀ ਜ਼ਿੰਦਗੀ ਦਾ ਭੁਗਤਾਨ ਕਰਨਾ ਪੈਂਦਾ ਹੈਗਾ। ਇਸ ਕਰਕੇ ਜ਼ਰੂਰੀ ਆ ਕਿ ਸਤ ਸੰਗਤ ਦੇ ਅੰਦਰ ਮੋਬਾਈਲ ਦੀ ਪੂਰਨ ਜਿਹੜੀ ਹੈ ਨਾ ਉਹ ਸਵਿਚ ਆਫ ਰੱਖ ਕੇ ਹੀ ਅਸੀਂ ਇਸ ਦਾ ਆਨੰਦ ਬਣ ਸਕਦੇ ਹਾਂ ਅਤੇ ਆਪਣੀ ਚੜ੍ਹਦੀ ਕਲਾ ਕਰ ਸਕਦੇ ਹਾਂ, ਤਾਂ ਜੋ ਸਾਡਾ ਜਿਹੜਾ ਜੀਵਨ ਹੈ ਨਾ ਇਹ ਸੁਖੀ ਹੋਵੇ। ਅਸੀਂ ਆਪਣੇ ਨਾਲ ਜੁੜੀ ਕੋਈ ਵੀ ਚੀਜ਼ ਜਿਹੜੀ ਦੁਨਿਆਵੀ ਹੈ, ਆਪਣੀ ਸੁਰਤ, ਆਪਣਾ ਜੋ ਵੀ ਕੋਈ ਸੰਸਾਰ ਦੇ ਨਾਲ ਸਾਡਾ ਨਾਤਾ ਹੈਗਾ, ਪੂਰਨ ਸੋਚ ਖਾਲੀ ਕਰਨੀ ਹੈ। ਇੱਥੋਂ ਤੱਕ ਆਪਾਂ ਮਨ ਦੇ ਵਿੱਚ ਧਿਆ ਕੇ ਆਉਣਾ ਹੈਗਾ ਕਿ ਨਾ ਕੋਈ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣਾਈ। ਅਤੇ ਨਾ ਆਪਾਂ ਕਿਸੇ ਨੂੰ ਕੋਈ ਬੈਰੀ ਬਣਾਉਣਾ ਹੈ, ਨਾ ਮੀਤ ਬਣਾਉਣਾ ਹੈਗਾ। ਪਬ ਜੋ ਵੀ ਬਣਾਉਣਾ ਹੈ ਨਾ ਗੁਰੂ ਦਾ ਸੇਵਕ ਬਣਾ ਕੇ, ਗੁਰੂ ਦਾ ਓਟ ਆਸਰਾ ਲੈ ਕੇ, ਆਪਣੇ ਆਪ ਨੂੰ ਨਿਮਾਣਾ ਬਣ ਕੇ, ਆਪਣੇ ਆਪ ਨੂੰ ਗਵਾ ਕੇ, ਆਪਣੇ ਆਪ ਨੂੰ ਪੂਰਾ ਗੁਰੂ ਦੇ ਚਰਨਾਂ ਨਾਲ ਜੋੜ ਕੇ ਫਿਰ ਅਸੀਂ ਸੰਗਤ ਦੇ ਵਿੱਚ ਬਹਿਣਾ ਹੈਗਾ। ਫਿਰ ਜੋ ਸੰਗਤ ਦੇ ਵਿੱਚੋਂ ਸਾਨੂੰ ਇਸ ਸ਼ਰਧਾ ਰੂਪੀ ਪੂਜਾ ਦਾ, ਇਸ ਸ਼ਰਧਾ ਰੂਪੀ ਪ੍ਰੇਮ ਦਾ ਜਿਹੜਾ ਫਲ ਮਿਲੂਗਾ, ਫਿਰ ਉਹ ਅਗਾਧ ਬੋਧ ਹੈ। ਇਹੋ ਹੀ ਫਲ ਜਿਹੜਾ ਹੈਗਾ ਸਾਨੂੰ ਸਾਡੇ ਅਗਲੇ ਪਰਲੋਕ ਜੀਵਨ ਦੇ ਵਾਸਤੇ ਸੁਖੀ ਬਣਾ ਦੇਵੇਗਾ। ਇਸੇ ਕਰਕੇ ਗੁਰਬਾਣੀ ਕਹਿਤਾ ਹੈ ਕਿ ਇਹਾਂ ਖਟ ਚਲੋ ਹਰ ਲਾਹਾ, ਆਗੇ ਵਸਣ ਸਹੇਲਾ, ਕਿ ਇੱਥੇ ਜਿਹੜਾ ਹੈ ਨਾ ਲਾਹਾ ਖੱਟ ਲਈਏ ਤਾਂ ਜੋ ਅੱਗੇ ਵਸਣਾ ਸਾਡਾ ਸੌਖਾ ਹੋ ਜਾਵੇ। ਇੰਨੇ ਵਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।